ਧੰਨ ਵਾਹਿਗੁਰੂ ਜੀ। ਸੋਰਠ ਮਹਲਾ ਨੌਵਾਂ। ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੈ ਸੁਖ ਲਾਗਿਓ। ਦੁਖ ਮੈਂ ਸੰਗ ਨਾ ਹੋਇ, ਇਹ ਜਗ ਮੀਤ ਨਾ ਦੇਖਿਓ ਕੋਈ। ਸਗਲ ਜਗਤ ਆਪਣੈ ਸੁਖ ਲਾਗਿਓ। ਦੁਖ ਮੈਂ ਸੰਗ ਨਾ ਹੋਈ ਰਹਾਉ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਕਹਉ ਕਹਾ ਯਾ ਮਨ ਬਉਰੇ ਕੋ, ਇਨ ਸਿਉ ਨੇਹ ਲਗਾਇਓ। ਦੀਨਾਨਾਥ ਸਕਲ ਭੈ ਭੰਜਨ, ਜਸ ਤਾਕੋ ਬਿਸਰਾਇਓ। ਸਵਾਨ ਪੂਛ ਜਿਉ ਭਇਓ ਨ ਸੁਧੋ, ਬਹੁਤ ਜਤਨ ਮੈਂ ਕੀਨੋ। ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਲੀਨੋ। ਸਵਾਨ ਪੂਛ ਜਿਉ ਭਇਓ ਨ ਸੁਧੋ, ਬਹੁਤ ਜਤਨ ਮੈਂ ਕੀਨੋ। ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਲੀਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਦੀ ਮੁਬਾਰਕ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਪਿਆਰ ਇਕਾਗਰਤਾ ਸਹਿਤ ਸ਼ਰਵਣ ਕੀਤੀ ਹੈ। ਸੋਰਠ ਰਾਗ ਵਿੱਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 633 ਉੱਤੇ ਦਰਜ ਹੈ, ਆਪ ਜੀ ਨੇ ਦਾਸ ਪਾਸੋਂ ਪਾਠ ਦੇ ਰੂਪ ਵਿੱਚ ਸ਼ਬਦ ਸ਼ਰਵਣ ਕੀਤਾ ਹੈ। ਮੀਤ ਮਿੱਤਰ, ਇਸ ਸ਼ਬਦ ਦੀ ਵਰਤੋਂ ਵੱਖ-ਵੱਖ ਸੰਦਰਭ ਵਿੱਚ ਸਤਿਗੁਰੂ ਜੀ ਨੇ ਮੁਬਾਰਕ ਬਾਣੀ ਦੇ ਵਿੱਚ ਕਈ ਥਾਈਂ ਕੀਤੀ ਹੈ। ਇੱਕ ਹੁੰਦੇ ਨੇ ਸਾਡੇ ਬਲੱਡ ਰਿਲੇਸ਼ਨ, ਜਿਸ ਨੂੰ ਆਪਾਂ ਖੂਨ ਦੇ ਰਿਸ਼ਤੇ ਆਖਦੇ ਹਾਂ। ਮਿੱਤਰ, ਜਿਸ ਨਾਲ ਸਾਡਾ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਬਲੱਡ ਰਿਲੇਸ਼ਨ ਨਹੀਂ ਵੀ ਹੁੰਦਾ,
ਉਸ ਨਾਲ ਸਾਡੀ ਕਈ ਵਾਰ ਆਪਣੇ ਪਰਿਵਾਰਕ ਰਿਸ਼ਤੇਦਾਰਾਂ ਨਾਲੋਂ ਵੀ ਕਿਤੇ ਜ਼ਿਆਦਾ ਪੱਕੀ, ਗੂੜੀ ਤੇ ਵਧੀਆ ਸਾਂਝ ਸਾਰਾ ਜੀਵਨ ਨਿਭ ਜਾਂਦੀ ਹੈ। ਕਈ ਵਾਰ ਇਸ ਤਰ੍ਹਾਂ ਵੀ ਵਾਪਰਦਾ ਹੈ, ਆਪਣੇ ਜੀਵਨ ਦੀ ਗੁੱਝੀ ਭੇਤ ਭਰੀ ਕੋਈ ਵੀ ਗੱਲ ਜਾਂ ਸਲਾਹ ਜਿਹੜੀ ਅਸੀਂ ਕਈ ਵਾਰ ਆਪਣੇ ਪਰਿਵਾਰ ਦੇ ਜੀਆਂ ਨਾਲ ਵੀ ਸਾਂਝੀ ਨਹੀਂ ਕਰਦੇ, ਅਸੀਂ ਆਪਣੇ ਮਿੱਤਰ ਨਾਲ, ਆਪਣੇ ਦੋਸਤ ਨਾਲ, ਆਪਣੇ ਕਿਸੇ ਚਹੇਤੇ ਨਾਲ ਉਹ ਗੱਲ ਸਾਂਝੀ ਕਰਦਿਆਂ ਹੋਇਆਂ ਕਦੇ ਝਿਜਕ ਵੀ ਮਹਿਸੂਸ ਨਹੀਂ ਕਰਦੇ। ਪਰਿਵਾਰ ਦਾ ਬੱਚਾ ਕਈ ਵਾਰ ਮਾਂ-ਬਾਪ ਦੇ, ਵੱਡੇ ਭੈਣ ਭਰਾਵਾਂ ਦੇ ਆਖੇ ਵਿੱਚ ਨਾ ਚੱਲੇ, ਪਰਿਵਾਰ ਦੇ ਜੀਆਂ ਦੀ ਗੱਲ ਨਾ ਮੰਨੇ, ਤੇ ਕਈ ਵਾਰ ਪਰਿਵਾਰ ਦੇ ਜੀ ਉਸ ਬੱਚੇ ਦੇ ਦੋਸਤ ਨੂੰ ਬੁਲਾਉਂਦੇ ਨੇ ਵੀ ਤੇਰੀ ਗੱਲ ਇਸ ਨੇ ਸਮਝ ਜਾਣੀ ਹੈ ਤੇ ਮੰਨ ਲੈਣੀ ਹੈ, ਤੂੰ ਇਸ ਨੂੰ ਸਮਝਾ। ਐਸਾ ਵੀ ਕਈ ਵਾਰ ਸਾਡੇ ਸਮਾਜ ਤੇ ਪਰਿਵਾਰਾਂ ਵਿੱਚ ਵਾਪਰਦਾ ਹੈ। ਇਸ ਦਾ ਭਾਵ ਹੈ ਮਿੱਤਰ ਉਸੇ ਨੂੰ ਹੀ ਕਿਹਾ ਜਾਂਦਾ ਹੈ ਜਿਸ ਨਾਲ ਸਾਡਾ ਵਿਹਾਰ ਸਾਂਝਾ ਹੋ ਜਾਏ, ਸੁਭਾਅ ਸਾਂਝਾ ਹੋ ਜਾਏ ਤੇ ਯਕੀਨ, ਭਰੋਸਾ ਤੇ ਇਤਫਾਕ ਦੀ ਗੰਢ ਮਜ਼ਬੂਤ ਹੋਵੇ, ਉਸ ਨੂੰ ਮਿੱਤਰ ਕਿਹਾ ਜਾਂਦਾ ਹੈ। ਜਿਹੜਾ ਮਨੁੱਖ ਦਗੇਬਾਜ਼ੀ ਕਰੇ, ਰਿਸ਼ਤੇ ਵਿੱਚ ਭਰੋਸਾ ਤੇ ਬੇਯਕੀਨੀ ਪੈਦਾ ਕਰੇ, ਬੇਭਰੋਸਗੀ ਪੈਦਾ ਕਰੇ, ਜਿਹੜਾ ਸਾਡੀ ਕਿਸੇ ਵੀ ਸਲਾਹ ਨੂੰ ਪ੍ਰਵਾਨ ਨਾ ਕਰੇ ਤੇ ਸਾਡੇ ਨਾਲ ਭੇਦ ਭਾਵ ਰੱਖੇ, ਉਸ ਨੂੰ ਆਪਾਂ ਕਦੇ ਮਿੱਤਰ ਨਹੀਂ ਆਖਦੇ, ਕਦੇ ਦੋਸਤ ਨਹੀਂ ਕਹਿੰਦੇ। ਜਿਹੜਾ ਸਾਡੇ ਰਾਜ, ਸਾਡੇ ਭੇਦ ਆਪਣੇ ਸੀਨੇ ਵਿੱਚ ਦਫਨ ਕਰਨ ਦੀ ਬਜਾਏ ਤੇ ਸਾਡਾ ਭਲਾ ਲੋਚਣ ਦੀ ਬਜਾਏ ਸਾਨੂੰ ਦੁਨੀਆ ਦੇ ਸਾਹਮਣੇ ਜ਼ਲੀਲ ਤੇ ਬੇਇੱਜ਼ਤ ਕਰਦਾ ਹੋਵੇ, ਤੇ ਜਿਹੜਾ ਸਾਡਾ ਭਲਾ ਲੋਚਣ ਦੀ ਬਜਾਏ ਸਾਡਾ ਬੁਰਾ ਲੋਚਦਾ ਹੋਵੇ, ਉਸ ਨੂੰ ਵੀ ਆਪਾਂ ਮਿੱਤਰਾਚਾਰੀ ਦੇ ਰਿਸ਼ਤੇ ਵਿੱਚ ਕਦੇ ਵੀ ਜੋੜਨ ਲਈ ਤਿਆਰ ਨਹੀਂ ਹੁੰਦੇ। ਤੋ ਮਿੱਤਰ ਦਾ ਸੁਭਾਅ ਹੀ ਇਹ ਹੈ ਜਿਹੜਾ ਸਾਂਝ ਨੂੰ ਤੋੜ ਨਿਭਾਉਂਦਾ ਹੈ, ਜਿਹੜਾ ਭਰੋਸਾ ਤੇ ਵਿਸ਼ਵਾਸ ਕਾਇਮ ਰੱਖਦਾ ਹੈ, ਜਿਹੜਾ ਸਾਡਾ ਭਲਾ ਲੋਚਦਾ ਹੈ, ਜਿਸ ਨਾਲ ਸਾਡੀ ਸੁਭਾਅ ਦੀ, ਜਜ਼ਬਾਤਾਂ ਦੀ, ਖਿਆਲਾਂ ਦੀ, ਵਿਹਾਰ ਦੀ ਹਰ ਤਰ੍ਹਾਂ ਨਾਲ ਸਾਂਝ ਬਣ ਜਾਂਦੀ ਹੈ। ਮਿੱਤਰ ਕਈ ਵਾਰ ਕਹਿ ਦੇਵੇ ਵੀ ਮੈਨੂੰ ਆਹ ਖਾਣਾ ਪਸੰਦ ਨਹੀਂ ਤੇ ਅਸੀਂ ਉਸ ਚੀਜ਼ ਦਾ ਜ਼ਿਕਰ ਹੀ ਦੁਬਾਰਾ ਨਹੀਂ ਕਰਦੇ। ਮਿੱਤਰ ਕਈ ਵਾਰ ਕਹਿ ਦੇਵੇ ਵੀ ਇਸ ਆਹ ਰੰਗ ਦੇ ਕੱਪੜੇ ਮੈਨੂੰ ਪਸੰਦ ਨਹੀਂ ਤੇ ਅਸੀਂ ਕਹਿੰਦੇ ਚਲੋ ਇਹਨੂੰ ਪਸੰਦ ਨਹੀਂ ਤੇ ਆਪਾਂ ਵੀ ਕਾਹਨੂੰ ਪਾਉਣੇ ਨੇ। ਉਹ ਕਈ ਵਾਰ ਕਹਿ ਦੇਵੇ ਤੇਰੀ ਆਹ ਗੱਲ ਕਰਨੀ ਮੈਨੂੰ ਕਦੇ ਚੰਗੀ ਨਹੀਂ ਲੱਗਦੀ ਤੇ ਆਪਾਂ ਕਹਿੰਦੇ ਕੋਈ ਗੱਲ ਨਹੀਂ, ਅੱਜ ਤੋਂ ਬਾਅਦ ਆਪਾਂ ਇਹੋ ਜਿਹੀ ਗੱਲ ਹੀ ਨਹੀਂ ਕਰਿਆ ਕਰਨੀ। ਆਦਤਾਂ ਤੇ ਸੁਭਾਅ ਵੀ ਕਈ ਵਾਰ ਮਿੱਤਰਾਚਾਰੀ ਦੇ ਪ੍ਰਭਾਵ ਵਿੱਚ ਬੰਦਾ ਬਦਲ ਲੈਂਦਾ ਹੈ। ਗੱਲ ਤੇ ਹੁੰਦੀ ਹੈ ਪ੍ਰੇਮ ਦੀ, ਮੁਹੱਬਤ ਦੀ, ਯਕੀਨ ਦੀ, ਇਤਫਾਕ ਦੀ। ਇਸ ਲਈ ਮੈਂ ਕਈ ਵਾਰ ਸੋਚਦਾ, ਸਤਿਗੁਰੂ ਨੇ ਮੁਬਾਰਕ ਬਾਣੀ ਦੇ ਅੰਦਰ ਗੁਰੂ ਨੂੰ ਮਿੱਤਰ ਆਖਿਆ, ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਵੀ ਗੁਰੂ ਮੇਰਾ ਮਿੱਤਰ ਹੈ। ਇਹ ਵੀ ਕਿਹਾ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਬੜੇ ਹੱਕ ਨਾਲ ਸਤਿਗੁਰੂ ਮਹਾਰਾਜ ਨੇ ਗੁਰੂ ਨੂੰ ਆਪਣਾ ਮਿੱਤਰ ਆਖਿਆ, ਪਰਮੇਸ਼ਰ ਨੂੰ ਵੀ ਮਿੱਤਰ ਕਿਹਾ। ਇੱਥੋਂ ਤੱਕ ਸ਼ਬਦ ਮਹਾਰਾਜ ਨੇ ਵਰਤਿਆ, ਜਨ ਕਉ ਪ੍ਰਭ ਸੰਗੇ ਅਸਨੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ। ਜਿਸ ਨਾਲ ਸਾਡੀ ਸਾਂਝ ਹੋਵੇ ਨਾ, ਅਸੀਂ ਜਾ ਕੇ ਉਹਨੂੰ ਇਹ ਨਹੀਂ ਕਹਿੰਦੇ ਵੀ ਤੇਰੀ ਮਰਜ਼ੀ ਹੈ, ਜੇ ਤੂੰ ਆਹ ਚੀਜ਼ ਦੇਣੀ ਹੈ ਤੇ ਠੀਕ ਹੈ, ਮੈਂ ਤੇ ਮੰਗਣਾ। ਅਸੀਂ ਕਹਿੰਦੇ ਕਿੱਥੇ ਰੱਖੀ ਹੈ। ਕਈ ਵਾਰ ਇੰਨਾ ਅਸੀਂ ਹੱਕ ਜਤਾਉਂਦੇ, ਅਸੀਂ ਪੁੱਛਦੇ ਵੀ ਨਹੀਂ, ਅਸੀਂ ਨੂੰ ਕਹਿੰਦੇ ਮੈਂ ਚੀਜ਼ ਲੈ ਚੱਲਿਆ, ਜਾਂ ਅਸੀਂ ਜਾ ਕੇ ਕਹਿੰਦੇ ਫਲਾਨੀ ਚੀਜ਼ ਕਿੱਥੇ ਹੈ, ਤੇ ਉਹ ਵੀ ਸਾਨੂੰ ਅੱਗੋਂ ਨਹੀਂ ਕਹਿੰਦਾ ਵੀ ਮੇਰਾ ਘਰ ਹੈ। ਮੈਨੂੰ ਪੁੱਛਣ ਦੀ ਬਜਾਏ, ਰਿਕੁਐਸਟ ਕਰਨ ਦੀ ਬਜਾਏ ਤੂੰ ਬੜੇ ਹੱਕ ਨਾਲ ਪੁੱਛਦਾ ਵੀ ਕਿੱਥੇ ਰੱਖੀ ਹੈ ਚੀਜ਼, ਜਿਵੇਂ ਚੁੱਕ ਕੇ ਹੀ ਲੈ ਜਾਣੀ ਹੁੰਦੀ ਹੈ। ਇਹ ਸਾਂਝ ਦੀ ਗੱਲ ਹੈ। ਨਾ ਉੱਥੇ ਕੋਈ ਕਿਸੇ ਨੂੰ ਬੇਨਤੀ ਕਰਦਾ ਤੇ ਨਾ ਬਾਰ-ਬਾਰ ਕਿਸੇ ਦਾ ਧੰਨਵਾਦ ਕੀਤਾ ਜਾਂਦਾ। ਉੱਥੇ ਇਉਂ ਸਮਝਿਆ ਜਾਂਦਾ ਹੈ ਵੀ ਇਹਦੀਆਂ ਵਸਤੂਆਂ ਮੇਰੀਆਂ ਨੇ, ਮੇਰੀਆਂ ਵਸਤੂਆਂ ਇਹਦੀਆਂ ਨੇ। ਇਸ ਨੂੰ ਅਸੀਂ ਆਖਦੇ ਹਾਂ ਭਰੋਸਾ ਤੇ ਯਕੀਨ ਇੰਨਾ ਡੂੰਘਾ, ਸਾਂਝ ਇੰਨੀ ਪੱਕੀ ਹੈ, ਮਜ਼ਬੂਤ ਹੈ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਸ਼ਬਦ ਆਉਂਦਾ ਹੈ ਅਤੇ ਸਾਖੀਕਾਰਾਂ ਨੇ ਉਸ ਸ਼ਬਦ ਦੀ ਵਿਆਖਿਆ ਵਿੱਚ ਇਹ ਸਾਖੀ ਦਰਜ ਕੀਤੀ ਹੈ। ਜਿਸ ਵੇਲੇ ਗੁਰੂ ਨਾਨਕ ਮਹਾਰਾਜ ਤਲੰਬਾ ਪਿੰਡ ਵਿੱਚ ਜਾਂਦੇ ਨੇ ਸੱਜਣ ਦੇ ਕੋਲ, ਜਿਨ੍ਹਾਂ ਨੂੰ ਪਤਾ ਸੀ ਵੀ ਸੱਜਣ ਦਾ ਸੁਭਾਅ ਤੇ ਕਰਮ ਕਿਹੋ ਜਿਹਾ, ਉਹਨੂੰ ਠੱਗ ਕਹਿੰਦੇ ਸਨ। ਗੁਰੂ ਸਾਹਿਬ ਮਹਾਰਾਜ ਨੇ ਉਸ ਨੂੰ ਜਿਹੜਾ ਸ਼ਬਦ ਉਪਦੇਸ਼ ਦੇ ਰੂਪ ਵਿੱਚ ਦ੍ਰਿੜ ਕਰਾਇਆ, ਉਸ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਬੋਲ ਹਨ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੈ ਖੜੇ ਦਿਸਣ। ਮੰਨ ਲਓ ਸਾਡਾ ਕਿਸੇ 4 ਬੰਦਿਆਂ ਦੇ ਵਿੱਚ ਫੈਸਲਾ ਹੋਣਾ ਹੋਵੇ ਵੀ ਇਹ ਬੰਦਾ ਝੂਠਾ ਹੈ ਕਿ ਸੱਚਾ ਹੈ, ਤੇ ਸਾਡਾ ਮਿੱਤਰ ਗਵਾਹੀ ਦੇਣ ਹੀ ਨਾ ਪਹੁੰਚੇ, ਸਾਡਾ ਮਿੱਤਰ ਉਸ ਜਗ੍ਹਾ ਤੇ ਆਵੇ ਹੀ ਨਾ ਜਿਸ ਦੇ ਉੱਤੇ ਅਸੀਂ ਯਕੀਨ ਕੀਤਾ ਹੋਵੇ ਵੀ ਇਹ ਬੰਦਾ ਮੇਰੇ ਹੱਕ 'ਚ ਗਵਾਹੀ ਦੇ ਕੇ ਮੈਨੂੰ ਸੁਰਖਰੂ ਕਰਾਏਗਾ, ਬੰਦ ਖਲਾਸੀ ਕਰਾਏਗਾ, ਉਹ ਗਵਾਹੀ ਦੇਣ ਹੀ ਨਾ ਆਵੇ। ਉਹ ਸਾਨੂੰ ਸਾਡੇ ਅੰਦਰ ਗੁਣ ਹੁੰਦਿਆਂ ਹੋਇਆਂ ਵੀ ਸਾਡੇ ਗੁਣ ਦੀ ਹਮਾਇਤ ਹੀ ਨਾ ਕਰੇ, ਤੇ ਆਪਾਂ ਉਸ ਨੂੰ ਮਿੱਤਰ ਆਖਾਂਗੇ। ਅਸੀਂ ਕਹਾਂਗੇ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਹੋਣ ਜਾ ਰਿਹਾ ਸੀ ਤੇ ਤੂੰ ਪਹੁੰਚਿਆ ਹੀ ਨਹੀਂ, ਤੇ ਜੇ ਪਹੁੰਚਿਆ ਤੇ ਤੇਰੀ ਜ਼ਬਾਨ 'ਚੋਂ ਇੱਕ ਸ਼ਬਦ ਨਾ ਨਿਕਲਿਆ, ਇਹ ਕਾਹਦੀ ਮਿੱਤਰਤਾ ਹੋਈ। ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਆਖਿਆ, ਸੱਜਣ ਉਹ ਨੇ ਜਿਹੜੇ ਤੁਹਾਡੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਹਰ ਥਾਂ 'ਤੇ, ਹਰ ਮੋੜ 'ਤੇ, ਹਰ ਜਗ੍ਹਾ ਦੇ ਉੱਤੇ ਤੁਹਾਡੇ ਨਾਲ ਖੜੇ ਨੇ, ਅਤੇ ਖ਼ਾਸ ਤੌਰ 'ਤੇ ਜਿੱਥੇ ਲੇਖਾ ਮੰਗੀ ਹੈ, ਜਿੱਥੇ ਤੁਹਾਡੇ ਚੰਗੇ ਅਤੇ ਮਾੜੇ ਹੋਣ ਦਾ ਨਿਰਣਾ ਹੋਣਾ ਹੋਵੇ, ਉੱਥੇ ਉਹ ਤੁਹਾਨੂੰ ਚੰਗਿਆਂ ਸਾਬਤ ਕਰਦੇ ਹੋਣ। ਇੱਥੇ ਸਤਿਗੁਰੂ ਨੇ ਕਿਹਨਾਂ ਦੀ ਗੱਲ ਕਹੀ ਹੈ? ਗੁਣਾਂ ਦੀ। ਜੇ ਔਗਣ ਮਿੱਤਰ ਬਣਾਏ ਨੇ ਤੇ ਥਾਂ ਥਾਂ 'ਤੇ ਉਹ ਸਾਨੂੰ ਜ਼ਿੱਲਤ ਹੀ ਦਿਵਾਉਣਗੇ, ਜਲੀਲ ਹੀ ਕਰਾਉਣਗੇ। ਹੁਣ ਜਿਸ ਬੰਦੇ ਨੇ ਆਪਣੇ ਜੀਵਨ ਵਿੱਚ ਕ੍ਰੋਧ ਨੂੰ ਮਿੱਤਰ ਬਣਾਇਆ, ਈਰਖਾ ਨੂੰ ਮਿੱਤਰ ਬਣਾਇਆ, ਉਹਦਾ ਜੀਵਨ ਉੱਚਾ ਹੋਣ ਦੇਣਗੇ ਮਿੱਤਰ, ਕਿਉਂਕਿ ਇਹ ਉਹਨਾਂ ਮਿੱਤਰਾਂ ਵਰਗੇ ਨੇ ਜਿਹੜੇ ਆਪ ਬਦਕਾਰ ਨੇ, ਜਿਹੜੇ ਆਪ ਕੁਸੰਗੀ ਨੇ, ਮਾੜੀਆਂ ਆਦਤਾਂ ਵਾਲੇ ਨੇ। ਉਹਨਾਂ ਦੀ ਸੋਬਤ ਵਿੱਚ ਬੈਠ ਕੇ ਬੰਦਾ ਚੰਗਾ ਕਿਵੇਂ ਬਣ ਸਕਦਾ ਹੈ? ਕਦੇ ਹੋਇਆ ਵੀ ਚੋਰਾਂ ਦੀ ਢਾਣੀ ਦੇ ਵਿੱਚ ਬਹਿ ਕੇ ਕਿਸੇ ਨੇ ਰੱਬ ਰੱਬ ਕੀਤਾ ਹੋਵੇ? ਠੱਗਾਂ ਦੇ ਡਾਕੂਆਂ ਦੀ ਟੋਲੀ ਦੇ ਵਿੱਚ ਰਲ ਕੇ ਕੋਈ ਮਨੁੱਖ ਨੇਕ ਸਾਧੂ ਬਣ ਗਿਆ ਹੋਵੇ? ਐਸਾ ਨਹੀਂ ਹੁੰਦਾ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮਨੁੱਖ ਆਪ ਆਪਣੇ ਜੀਵਨ ਦੇ ਵਿੱਚ ਭਾਵੇਂ ਬਹੁਤ ਮਾੜੇ ਲੋਕਾਂ ਦੀ ਸੰਗਤ ਵਿੱਚ ਅਤੇ ਸੋਬਤ ਵਿੱਚ, ਸਾਂਝਦਾਰੀ ਵਿੱਚ ਰਿਹਾ ਹੋਵੇ, ਪਰ ਕੋਸ਼ਿਸ਼ ਕਰਦਾ ਵੀ ਮੇਰੇ ਬੱਚੇ ਜਿਹੜੇ ਨਾ ਉਹ ਚੰਗੇ ਬੱਚਿਆਂ ਨਾਲ ਬੈਠਣ, ਚੰਗੇ ਲੋਕਾਂ ਵਿੱਚ ਬੈਠਣ, ਤਰੱਕੀ ਕਰਨ, ਚੰਗੇ ਸੁਭਾਅ ਦੇ ਮਾਲਕ। ਕਿਉਂਕਿ ਉਹਨੂੰ ਖੁਦ ਵੀ ਪਤਾ ਹੁੰਦਾ ਵੀ ਜੋ ਮੈਂ ਨਹੀਂ ਆਪਣੇ ਜੀਵਨ 'ਚ ਬਦਲ ਸਕਿਆ, ਘੱਟੋ ਘੱਟ ਮੇਰੇ ਬੱਚੇ ਬਦਲ ਲੈਣ। ਇਹਦਾ ਮਤਲਬ ਸਾਨੂੰ ਅਹਿਸਾਸ ਤਾਂ ਹੁੰਦਾ ਨਾ ਵੀ ਚੰਗਾ ਕੀ ਹੈ, ਮਾੜਾ ਕੀ ਹੈ। ਸਾਡਾ ਅਨੁਭਵ ਤੇ ਇੰਨਾ ਕੁ ਕੰਮ ਕਰਦਾ ਹੀ ਰਹਿੰਦਾ, ਭਾਵੇਂ ਅਸੀਂ ਕਿੰਨੇ ਵੀ ਮਾੜੇ ਕਰਮਾਂ ਵਾਲੇ ਬਣ ਜਾਈਏ, ਵੀ ਚੰਗਿਆਈ ਕੀ ਚੀਜ਼ ਹੈ ਤੇ ਬੁਰਾਈ ਕੀ ਚੀਜ਼ ਹੈ। ਸਾਹਿਬ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਜੇ ਅਸੀਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਮਿੱਤਰ ਬਣਾਇਆ ਤੇ ਉਹ ਸਾਨੂੰ ਹਰ ਜਗ੍ਹਾ 'ਤੇ ਮਾਣ ਦਿਵਾਉਣਗੇ। ਮਿੱਠਾ ਬੋਲਣਾ ਇੱਕ ਐਸਾ ਸੁਭਾਅ ਹੈ, ਜਿਸ ਨੇ ਅਜਿਹੇ ਸੁਭਾਅ ਨੂੰ ਆਪਣਾ ਸੰਗੀ ਬਣਾਇਆ, ਇਸ ਗੁਣ ਨੂੰ ਮਿੱਤਰ ਬਣਾਇਆ, ਉਹਦਾ ਘਰ ਵੀ ਮੁੱਖ ਉਜਲਾ ਤੇ ਬਾਹਰ ਵੀ ਮੁੱਖ ਉਜਲਾ। ਯਾਨੀ ਕਿ ਕੋਈ ਵੀ ਗੁਣ ਲੈ ਲਓ ਜੀਵਨ ਵਿੱਚ, ਉਹ ਚੰਗੀ ਸੋਬਤ ਹੈ, ਚੰਗੀ ਸੰਗਤ ਹੈ। ਸੰਗਤ ਇਕੱਲੀ ਫਿਜ਼ੀਕਲੀ ਨਹੀਂ ਹੁੰਦੀ ਵੀ ਸਰੀਰ ਕਰਕੇ ਕਿਸੇ ਕੋਲ ਬੈਠਿਆ ਜਾਏ। ਸਰੀਰ ਕਰਕੇ ਵੀ ਕਿਸੇ ਕੋਲ ਬੈਠਣ ਦਾ ਤਦ ਲਾਭ ਹੁੰਦਾ ਜੇ ਅਸੀਂ ਉਹਦੇ ਕੋਲੋਂ ਕੋਈ ਚੰਗੀ ਗੱਲ ਸਿੱਖ ਕੇ ਆਪਣੇ ਜੀਵਨ ਵਿੱਚ ਕੋਈ ਚੰਗਾ ਖਿਆਲ ਆਪਣੀ ਸੁਰਤ ਵਿੱਚ ਭਰਦੇ ਹਾਂ, ਤਾਂ ਕਿ ਉਹ ਸਾਡੇ ਕੰਮ ਆਉਂਦਾ। ਸਾਹਿਬ ਸਤਿਗੁਰੂ ਮਹਾਰਾਜ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਮੁਬਾਰਕ ਸ਼ਬਦ ਵਿੱਚ ਜ਼ਮਾਨੇ ਦੀ, ਜਗਤ ਦੀ ਇੱਕ ਕੁਢੰਗੀ ਤੇ ਬੇਢੱਬੀ ਚਾਲ ਦਾ ਜ਼ਿਕਰ ਕੀਤਾ। ਉਹ ਕੀ ਹੈ? ਸਵਾਰਥ ਦੇ ਸੰਬੰਧ, ਸਵਾਰਥ ਦੇ ਰਿਸ਼ਤੇ। ਕੇਵਲ ਆਪਣੀ ਸਵਾਰਥ ਤੇ ਲਾਲਚਵਾਸੀ ਜਿਹੜੇ ਰਿਸ਼ਤੇ ਤੇ ਰਿਲੇਸ਼ਨ ਕਾਇਮ ਕੀਤੇ ਜਾਂਦੇ ਨੇ, ਉਹ ਭਾਵੇਂ ਸਮਾਜ ਵਿੱਚ ਹੋਣ ਤੇ ਭਾਵੇਂ ਉਹ ਪਰਿਵਾਰ ਵਿੱਚ ਹੋਣ, ਸਤਿਗੁਰੂ ਆਖਦੇ ਨੇ ਉਹਨਾਂ 'ਚੋਂ ਨਿਰਾਸ਼ਾ ਹੀ ਨਿਕਲਦੀ ਹੈ, ਤਕਲੀਫ ਹੀ ਨਿਕਲਦੀ ਹੈ, ਦੁੱਖ ਹੀ ਨਿਕਲਦਾ ਹੈ। ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ, ਇਹ ਜਗ ਮੀਤ ਨਾ ਦੇਖਿਓ ਕੋਈ। ਇਸ ਜਗਤ ਵਿੱਚ ਮੈਂ ਅਜਿਹੇ ਨਾਲ ਨਿਭਣ ਵਾਲੇ ਕੋਈ ਮਿੱਤਰ ਨਹੀਂ ਵੇਖੇ। ਕਿਸ ਸਿਚੁਏਸ਼ਨ ਦੀ ਗੱਲ ਹਜ਼ੂਰ ਕਰ ਰਹੇ ਨੇ? ਸਗਲ ਜਗਤ ਆਪਣੇ ਸੁਖ ਲਾਗਿਓ।
ਦੁੱਖ ਮੈਂ ਸੰਗ ਨਾ ਹੋਈ। ਸਤਿਗੁਰੂ ਕਹਿੰਦੇ ਜਿੱਥੇ ਬੰਦਾ ਕੇਵਲ ਸੁੱਖ ਕਰਕੇ ਕਿਸੇ ਨਾਲ ਜੁੜਿਆ ਹੋਵੇ, ਜਿੱਥੇ ਕੋਈ ਮਨੁੱਖ ਕਿਸੇ ਨਾਲ ਇਸ ਕਰਕੇ ਨੇੜੇ ਬੈਠਾ ਹੈ, ਇਸ ਕਰਕੇ ਸਾਂਝ ਰੱਖਦਾ ਹੈ, ਇਸ ਕਰਕੇ ਨਾਲ ਚੱਲਦਾ ਹੈ ਕਿ ਮੇਰਾ ਸਵਾਰਥ ਹੀ ਪੂਰਾ ਹੋਵੇ, ਮੈਨੂੰ ਛੱਡਣਾ ਤੇ ਤਿਆਗਣਾ ਕੁਝ ਨਾ ਪਵੇ। ਹੁਣ ਜ਼ਰਾ ਸੋਚ ਕੇ ਵੇਖੋ, ਜੇ ਬੰਦਾ ਪ੍ਰਪੇਅਰ ਹੋ ਕੇ ਤੁਰਦਾ ਹੈ ਵੀ ਜੇ ਮੈਨੂੰ ਕੁਝ ਮਿਲਣਾ ਹੈ ਤੇ ਮੈਨੂੰ ਕੁਝ ਹੱਥੋਂ ਦੇਣਾ ਵੀ ਪੈਣਾ ਹੈ, ਮੈਨੂੰ ਤਿਆਗਣਾ ਵੀ ਪੈ ਸਕਦਾ, ਕੁਰਬਾਨੀ ਕਰਨੀ ਵੀ ਪੈ ਸਕਦੀ, ਹੱਥੋਂ ਛੱਡਣਾ ਵੀ ਪੈ ਸਕਦਾ, ਬਦਲਣਾ ਵੀ ਪੈ ਸਕਦਾ, ਫਿਰ ਤਾਂ ਅਸੀਂ ਕਹਾਂਗੇ ਵੀ ਬੰਦਾ ਤਿਆਰ ਹੈ, ਰਿਸ਼ਤੇ ਦੇ ਲਈ ਰੈਡੀ ਹੈ। ਤੁਸੀਂ ਵੇਖੋ ਨਾ, ਪਰਿਵਾਰਕ ਰਿਸ਼ਤਿਆਂ ਵਿੱਚ ਵੀ ਕਈ ਵਾਰ ਅਣਬਣ ਹੋ ਜਾਏ, ਤੁਸੀਂ ਇਕੱਲੇ ਇਕੱਲੇ ਨੂੰ ਬਿਠਾ ਕੇ ਉਹਦੀ ਕਹਾਣੀ ਸੁਣੋ, ਤੁਹਾਨੂੰ ਲੱਗੇਗਾ ਹੀ ਨਹੀਂ ਵੀ ਇਹ ਬੰਦਾ ਕਿਤੇ ਰੌਂਗ ਹੈ, ਕਿਤੇ ਗਲਤ ਹੈ। ਤੁਹਾਨੂੰ ਫਿਰ ਤੁਸੀਂ ਦੂਜੇ ਦੀ ਸੁਣੋ, ਤੁਹਾਨੂੰ ਲੱਗੇਗਾ ਬੰਦਾ ਤੇ ਇਹ ਵੀ ਸਹੀ ਹੈ। ਫਿਰ ਇਹਨਾਂ 'ਚ ਲੜਾਈ ਕੌਣ ਪਾ ਗਿਆ? ਦੋਵਾਂ ਦੀ ਜਿਹੜੀ ਕਹਾਣੀ ਉਹ ਆਪਣੇ ਲਈ ਪੋਜ਼ਿਟਿਵ ਹੈ ਤੇ ਦੂਜੇ ਲਈ ਨੈਗੇਟਿਵ ਹੈ। ਉਹ ਆਪਣੇ ਗਲਤ ਬੋਲੇ ਦਾ ਜ਼ਿਕਰ ਨਹੀਂ ਕਰੇਗਾ, ਦੂਜੇ ਦੇ ਗਲਤ ਬੋਲੇ ਦਾ ਜ਼ਿਕਰ ਕਰੇਗਾ। ਤੇ ਦੂਜੇ ਨੂੰ ਤੁਸੀਂ ਪੁੱਛੋ, ਉਹਨੇ ਜੋ ਆਪ ਗਲਤ ਸ਼ਬਦ ਵਰਤੇ ਹੁੰਦੇ ਨੇ ਉਹਦਾ ਜ਼ਿਕਰ ਨਹੀਂ ਕਰਦਾ, ਉਹ ਉਹਦਾ ਜ਼ਿਕਰ ਕਰਦਾ ਵੀ ਉਹਨੇ ਇਹ ਕਿਹਾ। ਹਰ ਮਨੁੱਖ ਆਪਣੀ ਆਪਣੀ ਗਲਤੀ ਦਾ ਜ਼ਿਕਰ ਵਿੱਚੋਂ ਛੱਡ ਜਾਂਦਾ ਤੇ ਦੂਜੇ ਦੀ ਗਲਤੀ ਦਾ ਜ਼ਿਕਰ ਜਿਹੜਾ ਉਹਨੂੰ ਹੋਰ ਮਸਾਲਾ ਲਾ ਕੇ ਵੱਡਾ ਕਰਦਾ ਹੈ, ਤਾਂ ਕਿ ਸੁਣਨ ਵਾਲਾ ਜਿਹੜਾ ਉਹ ਮੇਰੇ ਹੱਕ 'ਚ ਭੁਗਤੇ, ਦੂਜੇ ਦੇ ਹੱਕ 'ਚ ਨਾ ਭੁਗਤੇ। ਤੁਸੀਂ ਸੰਸਾਰ ਦੀ ਕਿਸੇ ਵੀ ਐਸੀ ਧਿਰ ਕੋਲ ਬੈਠੋ, ਤੁਹਾਨੂੰ ਇਸ ਦੀ ਪਹਿਲ ਉਹਨੇ ਕੀਤੀ ਹੈ। ਜੇ ਉਹਦੀ ਉਨੀ ਕੁ ਗੱਲ ਜਿੰਨਾ ਉਸ ਵਕਤ ਉਸ ਸਮੇਂ ਦੇ ਵਿੱਚ ਉਹਨਾਂ ਦਾ ਅਣਬਣ ਹੋਈ ਹੈ, ਜੇ ਉਹ ਉਨੇ ਕੁ ਨਾਲ ਸੂਤ ਨਾ ਆਵੇ, ਉਹਨਾਂ ਨੂੰ ਲੱਗੇ ਵੀ ਕੇਸ ਕਮਜ਼ੋਰ ਹੈ, ਉਹ ਪਿਛਲੀਆਂ ਗੱਲਾਂ ਨੂੰ ਨਾਲ ਅਟੈਚ ਕਰਦੇ ਜਾਣਗੇ। ਪਹਿਲੋਂ ਐਵੇਂ ਹੋਇਆ ਸੀ, 6 ਮਹੀਨੇ ਪਹਿਲਾਂ ਵੀ ਇਹਨੇ ਐਵੇਂ ਕੀਤਾ ਸੀ, ਸਾਲ ਪਹਿਲਾਂ ਵੀ। ਉਹ ਹੁੰਦਾ ਵੀ ਆਪਣਾ ਕੇਸ ਮਜ਼ਬੂਤ ਕਰ ਰਿਹਾ ਵੀ ਮੈਂ ਸੱਚਾ ਹਾਂ। ਹੁਣ ਜ਼ਰਾ ਤੁਸੀਂ ਸੋਚ ਕੇ ਵੇਖੋ, ਜੇ ਮਨੁੱਖ ਉੱਥੇ ਇੰਨਾ ਸੋਚੇ ਵੀ ਗਲਤੀ ਉਹਨੇ ਵੀ ਕੀਤੀ ਹੈ ਪਰ ਘੱਟ ਮੈਂ ਵੀ ਨਹੀਂ ਕੀਤੀ, ਇਸ ਕਰਕੇ ਸਾਨੂੰ ਜੇ ਆਪਣੀ ਆਪਣੀ ਗਲਤੀ ਅਸੀਂ ਸੁਧਾਰ ਲਈਏ ਤੇ ਸਾਡਾ ਰਿਲੇਸ਼ਨ ਮਜ਼ਬੂਤ ਹੋ ਸਕਦਾ। ਗੱਲ ਇਕੱਲੀ ਦੌਲਤ ਦੀ ਨਹੀਂ ਹੁੰਦੀ ਵੀ ਬੰਦੇ ਨੇ ਦੌਲਤ ਹੱਥੋਂ ਛੱਡਣੀ ਹੈ, ਬੰਦੇ ਨੇ ਆਪਣੀ ਹਉਂ ਵੀ ਹੱਥੋਂ ਛੱਡਣੀ ਹੁੰਦੀ ਹੈ, ਹੰਕਾਰ ਵੀ ਹੱਥੋਂ ਛੱਡਣਾ ਹੁੰਦਾ ਹੈ। ਮਨੁੱਖ ਆਪਣੀ ਹਉਮੈ ਨੂੰ ਮਜ਼ਬੂਤ ਕਰਦਾ ਹੈ ਤੇ ਦੂਜੇ ਦੀ ਹਉਮੈ ਨੂੰ ਚੋਟਾਂ ਕਰਦਾ ਹੈ। ਆਪਣੇ ਸਵਾਰਥ ਨੂੰ ਮਜ਼ਬੂਤ ਕਰਦਾ ਹੈ ਤੇ ਦੂਜੇ ਪ੍ਰਤੀ ਇਹ ਸੋਚਦਾ ਵੀ ਇਹ ਹੀ ਤਿਆਗ ਕਰੇ ਮੇਰੇ ਲਈ ਸਾਰਾ, ਇਹ ਕੁਰਬਾਨੀਆਂ ਦੇਵੇ ਮੇਰੇ ਵਾਸਤੇ ਸਾਰੀਆਂ, ਮੈਂ ਨਹੀਂ ਕੁਝ ਕਰ ਸਕਦਾ। ਇਹ ਤਾਂ ਉਵੇਂ ਦੀ ਗੱਲ ਹੋਈ ਨਾ ਵੀ ਜਿਸ ਮਾਂ ਬਾਪ ਨੇ ਜਨਮ ਦੇ ਕੇ ਦੁੱਖ ਸਹਿ ਕੇ ਭੁੱਖ ਸਹਿ ਕੇ ਬੱਚਿਆਂ ਨੂੰ ਪਾਲਿਆ ਤੇ ਵੱਡਿਆਂ ਕੀਤਾ ਹੋਵੇ, ਤੇ ਜਦੋਂ ਉਹ ਕੋਈ ਗੱਲ ਆਖਣ ਵੀ ਸਾਡੀ ਇੰਨੀ ਕੁ ਗੱਲ ਹੈ ਪਰਿਵਾਰ 'ਚ ਵੀ ਸਾਡੀ ਵੀ ਥੋੜ੍ਹੀ ਬਹੁਤ ਪੁੱਛ ਪ੍ਰਤੀਤ ਹੋਵੇ, ਤੇ ਬੱਚੇ ਉਹਨਾਂ ਨੂੰ ਕਹਿਣ ਲੱਗ ਜਾਣ ਵੀ ਸਾਡੀ ਤੇ ਪਰਸਨਲ ਲਾਈਫ ਹੈ, ਤੁਸੀਂ ਵਿੱਚ ਦਖਲ ਕਿਵੇਂ ਦੇ ਸਕਦੇ ਹੋ? ਤੁਹਾਨੂੰ ਹੁਣ ਵੱਖਰੀ ਜਗ੍ਹਾ 'ਤੇ ਰਹਿਣਾ ਚਾਹੀਦਾ। ਅੱਛਾ, ਉਸ ਵੇਲੇ ਉਹ ਇਹ ਭੁੱਲ ਜਾਂਦੇ ਨੇ ਵੀ ਇਹਨਾਂ ਦੀ ਵੀ ਪਰਸਨਲ ਲਾਈਫ ਸੀ, ਜਿਸ ਵਿੱਚ ਇਹਨਾਂ ਨੇ ਸਾਨੂੰ ਜਗ੍ਹਾ ਦਿੱਤੀ, ਥਾਂ ਦਿੱਤੀ, ਸਾਡੇ ਨਾਲ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਤੇ ਖਾਹਿਸ਼ ਸਾਂਝੀ ਕਰ ਲਈ। ਪਰ ਅੱਜ ਸਾਡਾ ਵਕਤ ਹੈ, ਅੱਜ ਅਸੀਂ ਐਵੇਂ ਕਰਨਾ। ਜਦੋਂ ਕੱਲ੍ਹ ਸਾਡੇ ਬੱਚੇ ਕਰਨਗੇ, ਅਸੀਂ ਉਹਨਾਂ ਨੂੰ ਉਲਾਂਭੇ ਦਿਆਂਗੇ ਵੀ ਤੁਸੀਂ ਚੰਗੇ ਬੱਚੇ ਨਹੀਂ, ਚੰਗੇ ਮੈਨਰਜ਼ ਨਹੀਂ ਤੁਹਾਡੇ 'ਚ, ਚੰਗਾ ਸੁਭਾਅ ਨਹੀਂ। ਪਰ ਆਪ, ਯਾਨੀ ਕਿ ਮੈਂ ਉਦਾਹਰਨ ਇਸ ਕਰਕੇ ਦੇ ਰਿਹਾ ਵੀ ਕੋਈ ਵੀ ਸਾਂਝ ਹੈ ਨਾ ਸੰਸਾਰ ਦੀ, ਉਸ ਵਿੱਚ ਇਕੱਲਾ ਤੁਹਾਡਾ ਸਵਾਰਥ ਨਹੀਂ, ਤੁਹਾਡਾ ਤਿਆਗ ਵੀ ਨਾਲ ਹੋਵੇਗਾ ਤੇ ਤਾਂ ਜਾ ਕੇ ਉਹ ਸਾਂਝ ਮਜ਼ਬੂਤ ਹੋਏਗੀ। ਅਸੀਂ ਗੁਰ ਇਤਿਹਾਸ ਨੂੰ ਪੜ੍ਹ ਲਈਏ, ਸਿੱਖ ਇਤਿਹਾਸ ਨੂੰ ਪੜ੍ਹ ਲਈਏ, ਜੇ ਗੁਰੂ ਨੇ ਇੰਨਾ ਉੱਚਾ ਜੀਵਨ ਦਾਨ ਸਿੱਖ ਨੂੰ ਬਖਸ਼ਿਸ਼ ਕੀਤਾ ਹੈ ਤੇ ਸਾਂਝ ਉੱਥੇ ਹੀ ਪ੍ਰੋਪਰ ਨਿਭੀ ਹੈ ਜੇ ਸਿੱਖ ਨੇ ਆਪਣੇ ਕੋਲੋਂ ਵੀ ਕੁਝ ਤਿਆਗਿਆ, ਆਪਣੇ ਕੋਲੋਂ ਵੀ ਕੁਝ ਛੱਡਿਆ। ਸਤਿਗੁਰੂ ਨੇ ਆਖਿਆ ਮੈਂ ਮੱਤ ਦੇਣਾ, ਮੈਂ ਉਪਦੇਸ਼ ਦੇਣਾ, ਤੈਨੂੰ ਉੱਚਾ ਜੀਵਨ ਦਿਆਂਗਾ। ਤੇ ਜਗਿਆਸੂ ਨੇ ਆ ਕੇ ਆਖਿਆ ਸਤਿਗੁਰੂ ਜੀ ਇਹਦੇ ਬਦਲੇ ਵਿੱਚ ਮੈਨੂੰ ਕੀ ਕਰਨਾ ਪਏਗਾ? ਸਤਿਗੁਰੂ ਨੇ ਆਖਿਆ ਆਪਣੀ ਮਨ ਦੀ ਮੱਤ ਛੱਡਣੀ ਪਏਗੀ, ਅਮੀਰੀ ਮੁਤਾਬਕ ਢਲਣਾ ਪਏਗਾ, ਜਿਹੜੇ ਮਾੜੇ ਸੁਭਾਅ ਨੇ ਤੈਨੂੰ ਤਿਆਗਣੇ ਪੈਣਗੇ। ਮਨ ਕੀ ਮੱਤ ਤਿਆਗੋ ਹਰ ਜਾ ਨੇਹਾ ਬਾਤ ਕਠੈਨੀ। ਹੁਣ ਜੇ ਮੈਂ ਆਖਾਂ ਵੀ ਮੈਂ ਕੁਝ ਨਹੀਂ ਛੱਡਣਾ, ਮਰਜ਼ੀ ਤੁਹਾਡੀ ਹੈ, ਉਪਦੇਸ਼ ਦੇਣਾ ਦੇ ਦਿਓ, ਜੀਵਨ ਉੱਚਾ ਬਖਸ਼ ਸਕਦੇ ਹੋ ਬਖਸ਼ ਦਿਓ, ਪਰ ਮੇਰੇ ਕੋਲੋਂ ਤਵੱਕੋ ਨਾ ਕਰਿਓ ਵੀ ਮੈਂ ਕੁਝ ਛੱਡਾਂ। ਤੇ ਇਹ ਤਾਂ ਫਿਰ ਬਾਬਾ ਕਬੀਰ ਸਾਹਿਬ ਨੇ ਸਪਸ਼ਟ ਕਿਹਾ ਵੀ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂ ਕੰਧੇ ਇੱਕ ਨਾ ਲਾਗੇ, ਜੋ ਬਾਂਸ ਬਜਾਈਏ ਫੂਕ। ਧਰਮੀ ਜੀਵਨ ਵਿੱਚ ਉਦੋਂ ਹੀ ਨਿਗਾਰ ਪੈਦਾ ਹੁੰਦਾ ਹੈ
ਐਸੀ ਗੱਲ ਨਹੀਂ ਵੀ ਦੁਨੀਆ ਅੰਦਰ ਹਰ ਮਜ਼ਹਬ ਦੇ ਲੋਕ ਜਿਹੜੇ ਨੇ ਆਪਣੇ ਧਰਮ ਗ੍ਰੰਥਾਂ ਜਾਂ ਪੈਗੰਬਰਾਂ ਦਾ ਸਤਿਕਾਰ ਨਹੀਂ ਕਰਦੇ। ਸਾਰੇ ਕਰਦੇ ਨੇ ਬਾਹਰੀ ਤੌਰ 'ਤੇ, ਮਾਇਆ ਦਿੰਦੇ ਨੇ, ਉਹਨਾਂ ਦੇ ਨਾਂ 'ਤੇ ਧਰਮ ਸਥਾਨ ਬਣਾਉਂਦੇ ਨੇ, ਉਹਨਾਂ ਦੀਆਂ ਯਾਦਾਂ ਮਨਾਉਂਦੇ ਨੇ, ਉਹਨਾਂ ਦੇ ਦਿਨ ਤਿਉਹਾਰ ਮਨਾਉਂਦੇ ਨੇ, ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਨੇ, ਉਹਨਾਂ ਦੇ ਨਾਂ ਦੇ ਉੱਤੇ ਕਲੇਸ਼ ਵੀ ਸੰਸਾਰ 'ਚ ਕਰ ਲੈਂਦੇ ਨੇ ਵੀ ਕੋਈ ਸਾਡੇ ਪੈਗੰਬਰ ਨੂੰ ਇਹ ਕਿਵੇਂ ਕਹਿ ਸਕਦਾ। ਪਰ ਜਿਹੜਾ ਜੀਵਨ ਦਾ ਜਿਹੜਾ ਢਾਂਚਾ ਨਾ, ਤੁਸੀਂ ਇਹ ਬਾਹਰੀ ਚੀਜ਼ਾਂ ਸਾਰੀਆਂ ਠੀਕ ਹੈ, ਅੰਦਰ ਅਦਬ ਹੈ, ਸਤਿਕਾਰ ਹੈ ਉਹਨਾਂ ਦੇ ਪ੍ਰਤੀ, ਉਹਨਾਂ ਦੀ ਕਰਨੀ ਕਰਕੇ, ਉਹਨਾਂ ਦੀ ਮਹਾਨਤਾ ਇੰਨੀ ਵੱਡੀ ਹੈ ਵੀ ਉਹਨਾਂ ਦਾ ਸਤਿਕਾਰ ਸਾਡੇ ਦਿਲਾਂ 'ਚ ਰੂਹ 'ਚ ਉਤਰ ਜਾਂਦਾ। ਪਰ ਇਦੋਂ ਅਗਲਾ ਇੱਕ ਕਠਿਨ ਰਾਹ ਪਤਾ ਕੀ ਹੁੰਦਾ ਹੈ ਵੀ ਆਪਣੇ ਪਿਆਰੇ ਪੈਗੰਬਰ ਦੇ, ਆਪਣੇ ਗੁਰੂ ਦੇ ਉਪਦੇਸ਼ ਦੇ ਅੱਗੇ ਝੁਕ ਜਾਣਾ, ਤੁਧ ਨੂੰ ਨਿਵਣ ਮੰਨਣ ਤੇਰਾ ਨਾ। ਇਹ ਸਭ ਤੋਂ ਔਖੀ ਘਾਟੀ ਹੈ ਜਿਹੜਾ ਗੁਰਮੁਖੀ ਚੜ੍ਹਦਾ। ਇਹ ਐਡਾ ਔਖਾ ਸਫ਼ਰ ਹੈ ਜਿਹੜਾ ਗੁਰਮੁਖੀ ਕਰਦਾ ਹੈ। ਇਸ ਸਫ਼ਰ ਕਰਨ ਵਾਲੇ ਨੂੰ ਹੀ ਗੁਰਮੁਖ ਆਖਿਆ ਜਾਂਦਾ ਹੈ। ਕਿਉਂ? ਕਿਉਂਕਿ ਉਹ ਆਪਣੀ ਹਉਂ ਵੀ ਛੱਡਦਾ ਹੈ। ਉਹ ਇਕੱਲੀ ਦੌਲਤ ਨਹੀਂ ਛੱਡਦਾ, ਉੱਥੋਂ ਹਉਂ ਛੱਡਦਾ, ਉਹ ਆਪਣੇ ਮਨ ਦੀ ਮੱਤ ਛੱਡਦਾ ਹੈ, ਆਪਣਾ ਕਮਾਇਆ ਹੋਇਆ ਭੈੜਾ ਸੁਭਾਅ ਵੀ ਤਿਆਗ ਦਿੰਦਾ ਹੈ, ਉਹ ਆਪਣੇ ਪਿਆਰੇ ਦੇ ਮੁਤਾਬਕ ਢਲ ਜਾਂਦਾ ਹੈ। ਇਸ ਕਰਕੇ ਉਹਨੂੰ ਕਿਹਾ ਜਾਂਦਾ ਹੈ ਵੀ ਇਹ ਸਿੱਖ ਗੁਰੂ ਦਾ ਰੂਪ ਹੋ ਗਿਆ। ਗੁਰੂ ਸਿੱਖ, ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਮਾਹੌਲ ਦੀ ਗੱਲ ਕਰ ਰਹੇ ਨਾ, ਜਿਹੜਾ ਮਾਹੌਲ ਹੈ ਉਹ ਮਾਹੌਲ ਇਹ ਹੈ ਵੀ ਜਿੱਥੇ ਸਵਾਰਥ ਹੀ ਸਵਾਰਥ ਹੈ ਜੀਵਨ ਵਿੱਚ, ਜਿੱਥੇ ਤੁਹਾਡੇ ਕਿਸੇ ਵੀ ਰਿਸ਼ਤੇ 'ਚ, ਭਾਵੇਂ ਉਹ ਤੁਹਾਡਾ ਸਮਾਜਿਕ ਸੰਬੰਧ ਹੈ, ਭਾਵੇਂ ਉਹ ਪਰਿਵਾਰਕ ਸੰਬੰਧ ਹੈ, ਭਾਵੇਂ ਉਹ ਧਾਰਮਿਕ ਸੰਬੰਧ ਹੈ, ਭਾਵੇਂ ਤੁਹਾਡਾ ਆਤਮਿਕ ਪਰਮੇਸ਼ਰ ਨਾਲ ਸੰਬੰਧ ਹੈ, ਜਿੱਥੇ ਕੇਵਲ ਅਸੀਂ ਆਪਣੀ ਹਉਂ ਨੂੰ ਤੇ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਸਫ਼ਰ ਕਰਦੇ ਹਾਂ, ਸਾਂਝ ਨਿਭਾਉਣ ਦਾ ਯਤਨ ਕਰਦੇ ਹਾਂ, ਉੱਥੇ ਕੀ ਹੁੰਦਾ ਹੈ, ਹਉਂ ਨਾਲ ਹਉਂ ਟਕਰਾਉਂਦੀ ਹੈ, ਸਵਾਰਥ ਨਾਲ ਸਵਾਰਥ ਟਕਰਾ ਜਾਂਦੇ ਨੇ। ਉਹਦੇ ਵਿੱਚੋਂ ਕੋਈ ਸੰਤੁਸ਼ਟੀ ਜਾਂ ਸੈਟਿਸਫੈਕਸ਼ਨ ਕਿਸੇ ਨੂੰ ਨਹੀਂ ਮਿਲਦੀ। ਤਕਲੀਫ ਹੈ, ਦੁੱਖ ਹੈ, ਕਲੇਸ਼ ਹੈ, ਈਰਖਾ, ਦਵੈਸ਼, ਮੇਰ ਤੇਰ, ਅਤੇ ਇਹ ਸਾਰੀਆਂ ਚੀਜ਼ਾਂ ਹੀ ਉੱਥੇ ਹੁੰਦੀਆਂ ਨੇ ਜਿੱਥੇ ਹੰਕਾਰ ਅਤੇ ਸਵਾਰਥ ਦੇ ਬੇਸ, ਹੰਕਾਰ ਅਤੇ ਸਵਾਰਥ ਦੀ ਬਿਨਾਂ ਤੇ ਬੁਨਿਆਦ ਦੇ ਉੱਤੇ ਜਿਹੜੇ ਸੰਬੰਧ ਜੋੜੇ ਜਾਂਦੇ ਨੇ ਅਤੇ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ, ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ। ਫਿਰ ਐਸੀ ਸਿਚੁਏਸ਼ਨ ਵਿੱਚ ਭਾਵੇਂ ਪਤੀ ਹੋਵੇ ਅਤੇ ਭਾਵੇਂ ਪਤਨੀ ਹੋਵੇ, ਬੱਚੇ ਹੋਣ ਅਤੇ ਭਾਵੇਂ ਕੋਈ ਰਿਸ਼ਤੇਦਾਰ ਅਤੇ ਮਿੱਤਰ ਹੋਣ, ਉੱਥੇ ਤੁਹਾਡੀ ਖਿੱਚ ਜਿਹੜੀ ਹੈ ਉਹ ਦੂਸਰੇ ਦੀਆਂ ਚੀਜ਼ਾਂ ਨਾਲ ਹੈ। ਤੁਸੀਂ ਉਸ ਨਾਲ ਜੁੜੇ ਹੋਏ ਹੋ, ਉਹਦੀਆਂ ਵਸਤੂਆਂ, ਜਿੱਥੋਂ ਤੁਹਾਡਾ ਸਵਾਰਥ ਦੀ ਪੂਰਤੀ ਹੋਣੀ, ਉਹ ਚੀਜ਼ਾਂ ਉਹਦੇ ਕੋਲ ਨੇ, ਇਸ ਕਰਕੇ ਜੁੜੇ ਹੋਏ। ਜੇ ਉਹਦੇ ਕੋਲ ਨਹੀਂ ਰਹਿਣਗੀਆਂ ਤਾਂ ਕੀ ਹੋਏਗਾ? ਪਾਤਸ਼ਾਹ ਆਖਦੇ ਨੇ, ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗ ਛਾੜ ਸਭ ਭਾਗੇ। ਜਦੋਂ ਸਾਡੇ ਸਵਾਰਥ ਦੀ ਪੂਰਤੀ ਦਾ ਸਮਾਨ ਉਹਦੇ ਕੋਲ ਨਾ ਹੋਇਆ, ਫਿਰ ਸਾਨੂੰ ਉਹਦੇ ਨਾਲ ਮਤਲਬ ਹੀ ਕੀ ਹੈ? ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਵਿੱਚ ਇੱਕ ਐਸੇ ਵਿਅਕਤੀ ਦਾ ਜ਼ਿਕਰ ਆਉਂਦਾ ਹੈ। ਉਸ ਦਾ ਨਾਮ ਸੀ ਪ੍ਰੇਮਾ। ਨੌਜਵਾਨ ਬੱਚਾ ਸੀ, ਲਾਹੌਰ ਦਾ ਰਹਿਣ ਵਾਲਾ ਸੀ, ਅਮੀਰ ਘਰ ਦਾ ਸੀ। ਜਵਾਨੀ ਦੀ ਦਹਲੀਜ਼ 'ਤੇ ਪਹੁੰਚਦਿਆਂ ਵੱਡਿਆਂ ਦਾ ਸਾਇਆ ਸਿਰ ਤੋਂ ਉੱਠ ਗਿਆ, ਇਕੱਲਾ ਰਹਿ ਗਿਆ। ਦੌਲਤ ਬੜੀ ਸੀ। ਜ਼ਿੰਦਗੀ ਦੇ ਵੀ ਕੁਝ ਐਸੇ ਮੋੜ ਹੁੰਦੇ ਨੇ ਜਿੱਥੇ ਤੁਹਾਨੂੰ ਕੋਈ ਸੰਭਾਲਣ ਵਾਲਾ ਨਾ ਹੋਵੇ ਅਤੇ ਤੁਹਾਨੂੰ ਕੋਈ ਚੰਗੇ ਢੰਗ ਦੀ ਡਾਇਰੈਕਸ਼ਨ ਦੇਣ ਵਾਲਾ ਨਾ ਹੋਵੇ, ਤੁਹਾਨੂੰ ਗਾਈਡ ਕਰਨ ਵਾਲਾ ਕੋਈ ਨਾ ਹੋਵੇ। ਕਈ ਵਾਰ ਤੁਸੀਂ ਬੜੇ ਕਸੂਤੇ ਝੰਜਟ ਵਿੱਚ ਫਸ ਜਾਂਦੇ ਹੋ। ਸ਼ਾਇਦ ਇਸੇ ਕਰਕੇ ਮਹਾਰਾਜ ਨੇ ਨੇਕ ਲੋਕਾਂ ਦੀ ਸ਼ੋਭਾ ਕੀਤੀ ਵੀ ਉਹਨਾਂ ਦੀ ਸੰਗਤ ਮਨੁੱਖ ਨੂੰ ਬੜੀਆਂ ਵਿਪਦਾਵਾਂ ਤੋਂ ਬਚਾ ਲੈਂਦੀ। ਜਿੱਥੇ ਮਨੁੱਖ ਦੀ ਆਪਣੀ ਸੈਂਸ ਕੰਮ ਨਾ ਕਰੇ, ਜਿੱਥੇ ਮਨੁੱਖ ਦੀ ਆਪਣੀ ਸਮਝ ਛੋਟੀ ਪੈ ਜਾਏ, ਉੱਥੇ ਮਨੁੱਖ ਦੂਜੇ ਦੀ ਸਮਝ ਤੋਂ ਸਿੱਖਦਾ। ਮੰਗੇ ਇਕੱਲੇ ਪਦਾਰਥ ਹੀ ਨਹੀਂ ਜਾਂਦੇ, ਦੂਸਰੇ ਦੀ ਸਮਝ ਤੋਂ ਵੀ ਬੰਦਾ ਆਪਣੀ ਜ਼ਿੰਦਗੀ 'ਚ ਸੁੱਖ ਲਿਆ ਸਕਦਾ। ਸਾਹਿਬ ਨੇ ਪਸ਼ੂਆਂ ਪੰਛੀਆਂ ਤੱਕ ਦੀਆਂ ਉਦਾਹਰਨਾਂ ਵੀ ਬਾਣੀ 'ਚ ਦਿੱਤੀਆਂ ਨੇ। ਖੈਰ, ਨੌਜਵਾਨ ਬੱਚਾ ਸੀ, ਘਰ 'ਚ ਟੋਕਣ ਵਾਲਾ, ਰੋਕਣ ਵਾਲਾ, ਸੰਭਾਲਣ ਵਾਲਾ ਕੋਈ ਨਹੀਂ। ਇਹ ਜਵਾਨੀ, ਇਹ ਜਿਹੜੀ ਜ਼ਿੰਦਗੀ ਦਾ ਇਹ ਪੜਾਅ ਹੈ, ਇੱਥੇ ਜੋਸ਼ ਹੋਸ਼ ਦੇ ਉੱਤੇ ਬਹੁਤ ਵਾਰ ਹਾਵੀ ਹੁੰਦਾ ਔਰ ਕੁਸੰਗਤ ਵਿੱਚ ਬੈਠ ਗਿਆ, ਮਾੜੇ ਲੋਕਾਂ ਦੀ ਸੋਬਤ ਵਿੱਚ ਵਿਭਚਾਰੀ ਵੀ ਬਣਿਆ,
ਜੀਵਨ ਬਦ ਕਰਮ ਕਰਦਿਆਂ ਬਤੀਤ ਕੀਤਾ। ਨਸ਼ੇ, ਹਰ ਚੀਜ਼ ਦੀ ਜਿਹੜੀ ਇੱਕ ਬੁਰਾਈ ਦਾ ਵੱਡਾ ਵੱਡਾ ਪ੍ਰਭਾਵ ਹੁੰਦਾ ਉਹ ਸਾਰੇ ਹੀ ਜੀਵਨ ਵਿੱਚ ਆ ਗਿਆ। ਸਰੀਰ ਰੋਗੀ ਹੋ ਗਿਆ, ਦੌਲਤ ਜਾਂਦੀ ਲੱਗੀ, ਦੌਲਤ ਚਲੀ ਗਈ, ਮਿੱਤਰ ਵੀ ਚਲੇ ਗਏ, ਜੁੜੇ ਹੀ ਦੌਲਤ ਕਰਕੇ ਸਨ। ਉਹਨਾਂ ਵੇਖਿਆ ਹੁਣ ਇਹਦੇ ਪੱਲੇ ਕੱਖ ਨਹੀਂ, ਇਹ ਤਾਂ ਬੋਝ ਬਣੇਗਾ, ਸਾਥ ਛੱਡ ਦਿੱਤਾ। ਸਰੀਰ ਨੂੰ ਮਾਰੂ ਬਿਮਾਰੀਆਂ ਵਿਕਾਰਾਂ ਕਰਕੇ ਲੱਗ ਗਈਆਂ ਤੇ ਕੋਈ ਸੰਭਾਲਣ ਵਾਲਾ ਨਹੀਂ। ਇਹ ਰੁਲਦਾ ਖੁਲਦਾ ਲਾਹੌਰ ਤੋਂ ਗੋਇੰਦਵਾਲ ਆਉਂਦਾ ਹੈ, ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚਦਾ ਹੈ। ਮਹਾਰਾਜ ਇਸ ਦੇ ਲਈ ਸੇਵਾਦਾਰ ਨੀਅਤ ਕਰਦੇ ਨੇ ਕਿ ਇਸ ਨੂੰ ਰੋਜ਼ ਸੰਗਤ ਵਿੱਚ ਵੀ ਲਿਆਉਣਾ ਹੈ, ਇਸ ਦਾ ਸਰੀਰਕ ਰੂਪ ਵਿੱਚ ਦਾਰੂ ਦਰਮਲ ਵੀ ਕਰਨਾ ਹੈ, ਇਹਨੂੰ ਚੰਗੀ ਸਿੱਖਿਆ ਵੀ ਦੇਣੀ ਤੇ ਇਹਨੂੰ ਰੁਲਣ ਤੋਂ ਬਚਾਉਣਾ ਤੇ ਸੰਭਾਲਣਾ ਵੀ ਆ। ਹੌਲੀ ਹੌਲੀ ਇਹਦੇ ਮਨ ਦੇ ਰੋਗ ਵੀ ਕੱਟੇ ਗਏ, ਤਨ ਦੇ ਰੋਗ। ਇਹ ਮੈਂ ਉਦਾਹਰਣ ਇਸ ਕਰਕੇ ਦਿੱਤੀ ਹੈ ਵੀ ਸਾਖੀਕਾਰਾਂ ਨੇ ਉਸ ਬੰਦੇ ਦਾ ਜ਼ਿਕਰ ਤਾਰੀਖ ਵਿੱਚ ਕੀਤਾ ਹੈ ਵੀ ਕੁਸੰਗ ਉਹ ਸਾਥੀ, ਉਹ ਮਿੱਤਰ ਉਦੋਂ ਕੋਲ ਸਨ, ਨੇੜੇ ਸਨ, ਉਹਨੂੰ ਕਿਸੇ ਦੀ ਪਰਵਾਹ ਹੀ ਨਹੀਂ ਸੀ। ਜਦੋਂ ਉਹਨਾਂ ਦੀ ਸ਼ੋਹਰਤ ਤੇ ਸਵਾਰਥ ਦਾ ਸਮਾਨ ਕੋਲ ਮੌਜੂਦ ਨਾ ਰਿਹਾ ਤੇ ਸਾਥੀ ਵੀ ਚਲੇ ਗਏ, ਮਿੱਤਰ ਵੀ ਚਲੇ ਗਏ। ਐਸਾ ਬਹੁਤ ਵਾਰ ਜੀਵਨ ਵਿੱਚ, ਮਨੁੱਖ ਦੇ ਜੀਵਨ ਵਿੱਚ, ਸਮਾਜ ਵਿੱਚ ਵਾਪਰਦਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਕਹੋਂ ਕਹਾ ਜਾਂ ਮਨ ਬੌਰੇ ਕੋ ਇਨ ਸਿਓ ਨੇ ਲਗਾਇਓ। ਮੈਂ ਆਪਣੇ ਬੌਰੇ ਮਨ ਨੂੰ ਹੁਣ ਕੀ ਆਖਾਂ। ਮਨ ਵੀ ਤੇ ਸਵਾਰਥ ਤੇ ਹੰਕਾਰ ਦੇ ਇਹਨਾਂ ਚੀਜ਼ਾਂ ਦੇ ਨਾਲ ਹੀ ਨੇ ਪਾ ਕੇ ਬੈਠਾ ਹੋਇਆ, ਅਜਿਹਾ ਕੁਸੰਗੀ ਵਰਤਾਰੇ ਦਾ ਸ਼ਿਕਾਰ ਬਣਿਆ ਹੋਇਆ। ਸਾਹਿਬ ਸਤਿਗੁਰੂ ਆਖਦੇ ਨੇ, ਦੀਨਾਨਾਥ ਸਕਲ ਭੈ ਪੰਜਨ ਜਸ ਤਾਕੋ ਬਿਸਰਾਇਓ। ਜੋ ਗਰੀਬਾਂ ਤੇ ਮਿਹਰ ਕਰਨ ਵਾਲਾ ਹੈ, ਗਰੀਬ ਨੂੰ ਭਾਵ ਨਿਮਰਤਾਵਾਨ ਤੇ ਸਹਿਜਵਾਨ ਨੂੰ ਨਿਵਾਜਣ ਵਾਲਾ ਹੈ, ਜਿਸ ਦੇ ਉਪਦੇਸ਼ ਤੇ ਗੁਣਾਂ ਨੂੰ ਜੀਵਨ ਵਿੱਚ ਵਸਾ ਕੇ ਸਾਰੇ ਡਰ ਤੇ ਸਹਿਮ ਮੁੱਕ ਜਾਂਦੇ ਹਨ, ਐਸੇ ਪਰਮੇਸ਼ਰ ਦੀ ਸਿਫਤ ਸਲਾਹ ਤੇ ਗੁਣ ਇਸ ਮਨ ਨੇ ਭੁਲਾਏ ਹੋਏ ਨੇ। ਸਤਿਗੁਰੂ ਪਾਤਸ਼ਾਹ ਅਖੀਰਲੇ ਬੰਦ ਵਿੱਚ ਕਹਿੰਦੇ, ਸਵਾਨ ਕੋਸ਼ ਜਿਉ ਭਇਓ ਨਾ ਸੁਧੋ ਬਹੁਤ ਯਤਨ ਮੈਂ ਕੀਨੋ। ਇਹ ਕਾਮ ਪੰਜਾਬੀ ਦੀ ਉਦਾਹਰਣ ਹੈ। ਕਹਿੰਦੇ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਯਾਨੀ ਕਿ ਉਹਦੀ ਬਣਤਰ ਹੀ ਐਵੇਂ ਦੀ। ਸਤਿਗੁਰੂ ਕਹਿੰਦੇ ਮਨ ਦੀ ਬਣਤਰ ਵੀ ਟੇਢੀ ਹੈ। ਮੈਂ ਨੇਕ ਲੋਕਾਂ ਕੋਲ ਵੀ ਬੈਠਦਾ, ਫਿਰ ਵੀ ਮਨ ਦੀ ਬਣਤਰ ਟੇਢੇ ਢੰਗ ਦੀ ਹੈ। ਚੰਗੇ ਉਪਦੇਸ਼ ਸੁਣਦਾ ਤੇ ਪੜ੍ਹਦਾ ਵੀ ਹਾਂ, ਤਾਂ ਫਿਰ ਵੀ ਮਨ ਦੀ ਬਣਤਰ ਮੁਤਾਬਕ ਹੀ ਵਿਹਾਰ, ਕਿਉਂਕਿ ਮਨ ਦੀ ਬਣਤਰ ਨੂੰ ਬਦਲੇ ਬਿਨਾਂ ਵਿਹਾਰ ਨਹੀਂ ਬਦਲ ਸਕਦਾ। ਚੇਤੇ ਵਿੱਚ ਰੱਖਣਾ, ਮਨੁੱਖ ਭਾਵੇਂ ਕਿਸੇ ਵੀ ਵੱਡੇ ਤੋਂ ਵੱਡੇ ਧਰਮ ਸਥਾਨ 'ਤੇ ਜਾ ਕੇ ਬਹਿ ਜਾਏ, ਮਨ ਦੀ ਬਣਤਰ ਖਰਾਬ ਹੈ, ਉੱਥੇ ਵੀ ਉਹ ਗਲਤ ਵਿਹਾਰ ਹੀ ਕਰੇਗਾ। ਇਸ ਲਈ ਵੱਡੇ ਧਰਮ ਸਥਾਨਾਂ 'ਤੇ ਲਿਖਿਆ ਨਹੀਂ ਹੁੰਦਾ, ਜੇਬ ਕਤਰਿਆਂ ਤੋਂ ਬਚ ਕੇ, ਚੋਰਾਂ ਤੋਂ ਬਚ ਕੇ। ਉਹਨਾਂ ਨੂੰ ਪਤਾ ਹੈ ਵੀ ਇੱਥੇ ਵੀ ਉਹ ਆ ਹੀ ਜਾਂਦੇ ਨੇ, ਅਤੇ ਜੇ ਉਹ ਬਾਹਰ ਲੁੱਟ ਸਕਦੇ ਤਾਂ ਲੁੱਟ ਇੱਥੇ ਵੀ ਸਕਦੇ। ਉਹਨਾਂ ਦੇ ਅੰਦਰ ਥੋੜ੍ਹੀ ਬਦਲਿਆ, ਉਹਨਾਂ ਤਾਂ ਭੀੜ ਵੇਖੀ ਤੇ ਚਲੇ ਗਏ। ਹੁਣ ਸਤਿਗੁਰੂ ਪਾਤਸ਼ਾਹ ਆਖਦੇ ਕਿਉਂਕਿ ਉਹਨਾਂ ਦੇ ਮਨ ਵਿੱਚ ਅੰਦਰੋਂ ਹੀ ਉਹ ਚੋਰ ਨੇ, ਅੰਦਰੋਂ ਹੀ ਡਾਕੂ ਨੇ, ਅੰਦਰ ਹੀ ਬੁਰਾਈ ਹੈ। ਉਹ ਅੰਦਰ ਦੀ ਬੁਰਾਈ ਉਹ ਬਾਹਰ ਕਿਤੇ ਵੀ ਜਗ੍ਹਾ 'ਤੇ ਉੱਤੇ ਹੋਣ, ਉੱਥੇ ਉਹਦਾ ਪਸਾਰਾ ਪਸਾਰਨਗੇ। ਸਾਹਿਬ ਸਤਿਗੁਰੂ ਫਿਰ ਅਖੀਰ 'ਤੇ ਆਖਦੇ ਨੇ, ਐਸੀ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ? ਸਮਰਪਣ, ਅਰਦਾਸ ਤੇ ਮੰਗ ਕਰਨੀ ਚਾਹੀਦੀ ਹੈ। ਕਿਸ ਗੱਲ ਦੀ? ਹਜ਼ੂਰ ਕਹਿੰਦੇ, ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਲੀਨੋ। ਹੇ ਮੇਰੇ ਮਾਲਕ, ਹਮਰੋ ਸਵਾਓ ਸਦਾ ਸਦ ਭੂਲਨ, ਤੁਮਰੋ ਬਿਰਦ ਹਰ ਪਤ ਤਿਉ ਧਰਿਆ। ਤੇਰਾ ਸੁਭਾਅ ਹੈ ਪਤਤਾਂ ਨੂੰ ਪਵਿੱਤਰ ਕਰਨਾ, ਡਿੱਗਿਆਂ ਨੂੰ ਉਠਾਉਣਾ। ਅਸੀਂ ਵਿਕਾਰਾਂ 'ਚ ਗ੍ਰਸਤ ਹਾਂ, ਆਪਣੇ ਬਿਰਦ ਦੀ ਲਾਜ ਰੱਖੋ, ਆਪਣੇ ਬਿਰਦ ਦੀ ਪਾਲਣਾ ਕਰੋ। ਬਿਰਦ ਦਾ ਮਤਲਬ ਹੁੰਦਾ ਨੇਮ ਦਾ ਕੰਮ, ਜਿਹੜਾ ਕੰਟੀਨਿਊ ਮਨੁੱਖ ਕਰਦਾ ਹੋਵੇ ਅਤੇ ਜਿਹੜਾ ਉਹਦਾ ਸੁਭਾਅ ਹੋਵੇ। ਪਰਮੇਸ਼ਰ ਦਾ ਸੁਭਾਅ ਹੈ ਪਤਿਤ ਪਾਵਨ। ਇਸ ਲਈ ਅਰਦਾਸ ਕੀਤੀ ਗਈ, ਨਾਨਕ ਬਿਰਦ ਲਾਜ ਕੀ ਰਾਖੋ, ਨਾਮ ਤੁਹਾਰੋ ਲੀਨੋ। ਮੈਂ ਤੁਹਾਡੇ ਨਾਮ ਨਾਲ, ਤੁਹਾਡੇ ਨਾਮ ਦਾ ਆਸਰਾ ਤੱਕਦਾ, ਰਹਿਮਤ ਕਰੋ। ਮੈਨੂੰ ਇਸ ਸਵਾਰਥੀ ਤੇ ਹੰਕਾਰੀ ਬਿਰਤੀ ਤੋਂ ਬਚਾਓ, ਤਾਂ ਕਿ ਮੈਂ ਤੁਹਾਡੇ ਨਾਲ ਵੀ ਸਾਂਝ ਇਮਾਨਦਾਰੀ ਤੇ ਭਰੋਸੇ ਵਾਲੀ, ਇਤਫਾਕ ਵਾਲੀ ਨਿਭਾ ਸਕਾਂ, ਪਵਿੱਤਰਤਾ ਵਾਲੀ ਨਿਭਾ ਸਕਾਂ, ਅਤੇ ਮੇਰੀਆਂ ਸੰਸਾਰਕ ਸਾਂਝਾਂ ਵੀ ਜਿਹੜੀਆਂ ਨੇ ਉਹ ਪਵਿੱਤਰ ਹੋਣ, ਉਦਾਹਰਣ ਬਣਨ। ਸਾਹਿਬ ਸਤਿਗੁਰੂ ਕਿਰਪਾ ਕਰਨ। ਸਤਿਗੁਰੂ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।